राखो अपनी शरण प्रभ, मोहि कृपा तारे। सेवा कछु ना जानऊ, नीच मूर्खारे। मान करो तुदे ऊपरे, मेरे प्रीतम प्यारे। हम अपराधी सद भूलते, तुम बख्शन हारे। हम अपराधी सद भूलते, तुम बख्शन हारे। चवर छतर तख्त दे मालिक, गुरता गद्दी ते सुभाएमान, निमाणियां दे मान सतगुरु, निताणियां दे तान सतगुरु। सांझीवालता दे प्रतीक, मनुखता दे रहबर साहिब श्री गुरु ग्रंथ साहिब महाराज सच्चे पातशाह जी दी पावन मुकद्दस गोद अंदर विराजमान सत संगी जनों वडभागे हो, गुरु आसीस ते पात्र हो। बाला प्रीतम अष्टम बलबीरा साहिब सतगुरु धन गुरु हरकृष्ण साहिब महाराज जी दे पावन पवित्र अस्थान गुरुद्वारा श्री बंगला साहिब विखे सतगुरां दे पावन अस्थान दे दर्शन दीदारे कर रहे हो अते गुरु ज्ञान दे मुतलाशी हो करके गुरु गोद अंदर जुड़े हो। पावन अस्थान ते साहिब सतगुरु गुरु ग्रंथ साहिब महाराज जी दी पावन बाणी दी चल रही लड़ीवार विचार, जिस तहत अज दा जो मुबारक वचन विचार अधीन है, आप जी ने पावन वचन दा पाठ सत्कारयोग सिंह साहिब ज्ञानी रणजीत सिंह जी हैड ग्रंथी गुरुद्वारा श्री बंगला साहिब तिन्हां पासों सरवण कीता है। आओ भागां वालिओ, सतगुरु गुरु अमरदास महाराज जी दे ये मुबारक वचन जो कि माज राग दे अंदर साहिब श्री गुरु ग्रंथ साहिब महाराज जी दे मुबारक अंग 129 ਅਤੇ 30 उत्ते सुभाईमान है। इन्हां पावन बचनां दे अंदर गुरु अमरदास महाराज साडे ते की रहमतां बख्शिशां परोपकार कर रहे ने। पावन बचन दी विचार आरंभन तो पहला जिन्नियां भी संगतां गुरु दरबार विच हाज़र हन अते इलैक्ट्रॉनिक मीडियम दे माध्यम राही देशां विदेशां दे विच जुड़ करके सतगुरां दी पावन बाणी दा आनंद लै रहे हो,
ਸਮੂਹ ਸੰਗਤ ਆਸੀਸ ਬਖਸ਼ੋ। ਕਲਗੀਧਰ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਮਿੱਠੀ ਆਸੀਸ ਗੁਰੂ ਫਤਿਹ ਨਾਲ ਸਾਂਝ ਪਾਈਏ। ਰਸਨਾ ਨੂੰ ਕਰੋ ਪਵਿੱਤਰ, ਆਸੀਸ ਬਖਸ਼ੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮੁਬਾਰਕ ਬਚਨ ਦੇ ਅੰਦਰ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਬਿਆਨ ਕੀਤਾ ਹੈ ਅਤੇ ਮਹਾਰਾਜ ਨੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਸਿੱਖ ਦਾ ਰੱਬ ਕਿਹੜਾ ਹੈ, ਉਸ ਦੇ ਨਾਲ ਜੁੜਿਆ ਕਿਵੇਂ ਜਾਏਗਾ, ਕਿਵੇਂ ਉਸ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜੇ ਉਸ ਮਾਲਕ ਵਾਹਿਗੁਰੂ ਦੇ ਨਾਲ ਜੁੜ ਗਏ ਉਹਨਾਂ ਦੇ ਜੀਵਨ ਵਿੱਚ ਕੀ ਆਨੰਦ ਬਣਿਆ ਤੇ ਜਿਹੜੇ ਗੁਰੂ ਤੋਂ ਟੁੱਟ ਜਾਂਦੇ ਨੇ ਉਹਨਾਂ ਦੇ ਜੀਵਨ ਦੀ ਹਾਲਾਤ ਕੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਬਚਨ ਅੰਦਰ ਇਹ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਪੇ ਕਰਦੇ ਹਨ। ਮਾਝ ਮਹੱਲਾ ਚੌਥਾ। ਮਾਝ ਰਾਗ ਹੈ ਅਤੇ ਚੌਥੇ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਆਦ ਪੁਰਖ ਅਪਰੰਪਰ ਆਪੇ। ਆਦ ਸ਼ਬਦ ਦਾ ਅਰਥ ਹੈ ਮੁੱਢ, ਕਦੀਮ। ਗੁਰਮਤਿ ਦਾ ਇਹ ਸਭ ਤੋਂ ਮੁੱਢਲਾ ਅਸੂਲ ਹੈ ਕਿ ਸਾਰਿਆਂ ਤੋਂ ਪਹਿਲਾਂ ਜਿਸ ਰੱਬ ਨਾਲ ਅਸੀਂ ਜੁੜਨਾ ਹੈ ਸਾਨੂੰ ਉਸ ਰੱਬ ਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਧਿਆਨ ਦੇਣਾ ਮੰਜ਼ਿਲ ਤਾਂ ਹੀ ਤੈਅ ਹੁੰਦੀ ਭਾਗਾਂ ਵਾਲਿਓ ਜੇ ਸਾਨੂੰ ਸਹੀ ਰਸਤੇ ਦਾ ਪਤਾ ਹੋਵੇ। ਜੇ ਬੰਦਾ ਤੁਰ ਪਵੇ ਉਹਨੂੰ ਸਹੀ ਰਸਤੇ ਦਾ ਪਤਾ ਨਾ ਹੋਵੇ ਭਟਕਣਾ ਤੇ ਰਹਿ ਜਾਏਗੀ, ਪਰ ਉਹ ਕਦੀ ਵੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸਿੱਖ ਦਾ ਰੱਬ ਹੈ ਜਿਹੜਾ ਜੰਮਦਾ ਮਰਦਾ ਨਹੀਂ ਹੈ। ਆਦ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਮਾਰੂ ਰਾਗ ਅੰਦਰ ਬੜਾ ਪਿਆਰਾ ਬਚਨ ਕੀਤਾ। ਮਹਾਰਾਜ ਕਹਿੰਦੇ ਬੰਦਿਆ ਯਾਦ ਰੱਖੀ ਉਸ ਮਾਲਕ ਵਾਹਿਗੁਰੂ ਨੇ ਕਾਇਨਾਤ ਬਣਾਈ ਹੈ। ਇੱਕ ਸਮਾਂ ਉਹ ਵੀ ਸੀ ਕਾਇਨਾਤ ਨਹੀਂ ਸੀ, ਤੇ ਹੁਣ ਕਿਤੇ ਤੈਨੂੰ ਇਹ ਭੁਲੇਖਾ ਨਾ ਹੋਵੇ ਵੀ ਜਦੋਂ ਕਾਇਨਾਤ ਨਹੀਂ ਸੀ ਤੇ ਉਦੋਂ ਰੱਬ ਨਹੀਂ ਸੀ। ਆਪਾਂ ਉਹ ਬਚਨ ਪੜ੍ਹਦੇ ਹਾਂ ਅਰਬਦ ਨਰਬਦ ਧੁੰਦੂਕਾਰਾ। ਅਰਬਦ ਦਾ ਅਰਥ ਹੈ 10 ਕਰੋੜ, ਨਰਬਦ ਦਾ ਅਰਥ ਹੈ ਜਿੱਥੇ ਗਿਣਤੀ ਨਾ ਹੋਵੇ। ਕਹਿਣ ਤੋਂ ਭਾਵ ਕਿ ਜਦੋਂ ਕਾਇਨਾਤ ਹੈ ਹੀ ਨਹੀਂ ਸੀ, ਧੁੰਦੂਕਾਰਾ ਬਿਲਕੁਲ ਧੁੰਦ ਪਸਰੀ ਹੋਈ ਸੀ, ਜਿਹਨੂੰ ਸਾਇੰਸ ਨੇ ਗੈਸਾਂ ਦਾ ਮਿਸ਼ਨ ਵੀ ਆਖਿਆ। ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨਾ। ਨਾ ਉਸ ਵੇਲੇ ਧਰਤੀ ਸੀ ਨਾ ਉਸ ਵੇਲੇ ਆਕਾਸ਼ ਸੀ। ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਨਾ ਚੰਦ ਨਾ ਸੂਰਜ। ਨਾ ਦਿਨ ਸੀ ਨਾ ਰਾਤ ਸੀ ਨਾ ਸੂਰਜ ਸੀ ਨਾ ਚੰਦਰਮਾ ਸੀ, ਪਰ ਐਸਾ ਨਹੀਂ ਹੈ ਕਿ ਉਹ ਰੱਬ ਨਹੀਂ ਸੀ। ਸੁਨ ਸਮਾਦ ਲਗਾਇੰਦਾ ਉਹ ਮਾਲਕ ਉਸ ਵੇਲੇ ਵੀ ਮੁੱਢ 'ਚ ਵੀ ਉਸ ਵੇਲੇ ਵੀ ਸੀ ਜਿਸ ਵੇਲੇ ਕਾਇਨਾਤ ਹੋਂਦ ਵਿੱਚ ਨਹੀਂ ਸੀ। ਤੇ ਇਹ ਵੀ ਯਾਦ ਰੱਖੀ ਜਿਉ ਮਾਲਕ ਵਾਹਿਗੁਰੂ ਕਾਇਨਾਤ ਬਣਾਉਂਦਾ ਹੈ ਤੇ ਉਹ ਮਾਲਕ ਵਾਹਿਗੁਰੂ ਫਨਾ ਵੀ ਕਰ ਸਕਦਾ ਹੈ। ਜਿੱਥੇ ਉਹਦੇ ਹੁਕਮ ਅਨੁਸਾਰ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਤੇ ਉਹ ਮਾਲਕ ਵਾਹਿਗੁਰੂ ਜਿਸ ਦੇ ਹੁਕਮ ਨਾਲ ਇਹ ਕਾਇਨਾਤ ਬਣੀ ਤੇ ਮਾਲਕ ਵਾਹਿਗੁਰੂ ਸਾਰਿਆਂ ਤੋਂ ਪਹਿਲਾਂ ਆਪ ਸੀ। ਤੇ ਐਸਾ ਨਾ ਹੋਵੇ ਕਿ ਜਿਸ ਦਿਨ ਕਾਇਨਾਤ ਨਾ ਰਵੇ ਉਹਦੀ ਮੌਜ ਹੈ,
ਤੇ ਤੂੰ ਆਖੇ ਕਿ ਰੱਬ ਨਹੀਂ ਰਹੇਗਾ, ਰੱਬ ਉਸ ਵੇਲੇ ਵੀ ਹੋਏਗਾ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਸਿੱਖ ਦਾ ਰੱਬ ਕਿਹੜਾ ਹੈ ਜੀ? ਜਿਹੜਾ ਜੰਮਦਾ ਮਰਦਾ ਨਹੀਂ ਹੈ। ਇਹ ਪਹਿਚਾਨ ਜਿਸ ਦਿਨ ਸਾਡੇ ਦਿਮਾਗ ਵਿੱਚ ਵਸ ਗਈ ਨਾ ਭਾਗਾਂ ਵਾਲੇ, ਫਿਰ ਅਸੀਂ ਸਹੀ ਰਸਤੇ ਦੇ ਉੱਤੇ ਤੁਰ ਪਵਾਂਗੇ। ਮਹਾਰਾਜ ਕਹਿ ਲਗੇ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆਦਿ ਪੁਰਖ। ਪੁਰਖ ਦਾ ਅਰਥ ਹੈ ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਕਾਇਨਾਤ ਵਿੱਚ ਹਾਜ਼ਰ ਹੈ। ਅਸੀਂ ਇੱਕ ਬਚਨ ਪੜ੍ਹਦੇ ਹਾਂ ਕਰਤਾ ਪੁਰਖ। ਕਰਤੇ ਦਾ ਅਰਥ ਹੈ ਬਣਾਉਣ ਵਾਲਾ, ਤੇ ਪੁਰਖ ਦਾ ਅਰਥ ਹੈ ਰਮਿਆ ਹੋਇਆ, ਸਰਬ ਵਿਆਪਕ। ਸੰਸਾਰ ਦੇ ਕਰਤੇ ਕਿਰਤ ਨੂੰ ਬਣਾ ਕੇ ਉਸ ਤੋਂ ਦੂਰ ਚਲੇ ਜਾਂਦੇ। ਕਰਤਾ ਕਿਤੇ ਹੈ, ਉਹਦੀ ਬਣਾਈ ਕਿਰਤ ਕਿਤੇ ਹੈ। ਕਿਸੇ ਮਿਸਤਰੀ ਨੇ ਬਿਲਡਿੰਗ ਬਣਾਈ, ਬਿਲਡਿੰਗ ਬਣਾ ਕੇ ਆਪ ਉਹ ਚਲਿਆ ਗਿਆ, ਬਿਲਡਿੰਗ ਕਿਤੇ ਰਹਿ ਗਈ ਤੇ ਮਿਸਤਰੀ ਕਿਤੇ ਚਲਿਆ ਗਿਆ। ਸਮਾਂ ਪਏਗਾ, ਬਿਲਡਿੰਗ ਰਹਿ ਜਾਏਗੀ, ਉਸ ਨੂੰ ਬਣਾਉਣ ਵਾਲਾ ਨਹੀਂ ਰਹੇਗਾ। ਪਰ ਮਹਾਰਾਜ ਕਹਿੰਦੇ ਧਿਆਨ ਰੱਖੀ, ਜਿੱਥੇ ਉਹ ਅਕਾਲ ਪੁਰਖ ਵਾਹਿਗੁਰੂ ਮੁੱਢ ਤੋਂ ਕਦੀਮ ਤੋਂ ਸੱਚ ਹੈ, ਸਦੀਵੀ ਹੈ, ਉੱਥੇ ਉਹ ਮਾਲਕ ਵਾਹਿਗੁਰੂ ਕਾਇਨਾਤ ਨੂੰ ਬਣਾ ਕੇ ਕਾਇਨਾਤ ਵਿੱਚ ਰਮਿਆ ਹੈ, ਬੈਠਾ ਹੈ, ਜੁਦਾ ਨਹੀਂ ਹੈ। ਮਹਾਰਾਜ ਜੀ ਨੇ ਬਚਨ ਕੀਤਾ ਆਦਿ ਪੁਰਖ ਅਪਰੰਪਰ ਆਪੇ। ਅਪਰੰਪਰ ਦਾ ਅਰਥ ਹੈ ਕਿ ਉਹ ਮਾਲਕ ਵਾਹਿਗੁਰੂ ਜਿਹਦਾ ਕੋਈ ਪਰਲਾ ਬੰਨਾ ਨਹੀਂ। ਕਹਿਣ ਤੋਂ ਭਾਵ ਸੀ, ਹੈ ਤੇ ਸਦੀਵੀ ਤੌਰ ਤੇ ਰਹੇਗਾ ਆਪੇ। ਤੇ ਆਪੇ ਤੋਂ ਭਾਵ ਹੈ ਉਹ ਮਾਲਕ ਵਾਹਿਗੁਰੂ ਆਪਣੇ ਆਪ ਤੋਂ ਹੈ। ਉਹ ਜੰਮਦਾ ਮਰਦਾ ਨਹੀਂ ਹੈ। ਅਜੂਨੀ, ਜੂਨੀ ਦਾ ਅਰਥ ਹੈ ਜੂਨਾ ਵਿੱਚ ਆਉਣ ਵਾਲਾ, ਤੇ ਜਦੋਂ ਐੜਾ ਅਗੇਤਰ ਨਾ ਪੱਕੀ ਤੇ ਬਣਿਆ ਅਜੂਨੀ, ਭਾਵ ਜਿਹੜਾ ਜੂਨਾ ਵਿੱਚ ਨਹੀਂ ਆਉਂਦਾ। ਬਾਬਾ ਕਬੀਰ ਜੀ ਨੇ ਬਚਨ ਕੀਤਾ ਨਾ ਕਿ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾਕੋ ਰੇ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾਕੋ ਮਾਈ ਨਾ ਬਾਪੋ ਰੇ। ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਮਾਂ ਦੀ ਗਰਭ ਚੋਂ ਨਹੀਂ ਹੈ, ਉਹ ਆਪਣੇ ਆਪ ਤੋਂ ਹੈ। ਉਹਨੇ ਕਾਇਨਾਤ ਨੂੰ ਬਣਾਇਆ ਹੈ ਤੇ ਉਹ ਕਾਇਨਾਤ ਵਿੱਚ ਰਮਿਆ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਪੇ ਬਖਸ਼ਿਸ਼ ਕਰਦੇ ਹਨ ਆਪੇ ਥਾਪੇ। ਥਾਪ ਉਥਾਪੇ, ਆਪੇ ਥਾਪੇ ਤੋਂ ਭਾਵ ਉਹ ਆਪ ਕਾਇਨਾਤ ਬਣਾਉਂਦਾ ਹੈ। ਆਸਾ ਕੀ ਵਾਰ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ ਤੇ ਆਪਾਂ ਬਚਨ ਪੜ੍ਹਦੇ ਹਾਂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ। ਫਿਰ ਉਹਨੇ ਕਾਇਨਾਤ ਬਣਾਈ ਹੈ। ਇੱਕ ਮੈਂ ਬੇਨਤੀ ਕਰ ਦਵਾਂ, ਧਿਆਨ ਨਾਲ ਸਰਵਣ ਕਰਿਓ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੀ, ਉਹਨੇ ਕਾਇਨਾਤ ਨੂੰ ਬਣਾਇਆ। ਤੇ ਜਦੋਂ ਕਾਇਨਾਤ ਨੂੰ ਬਣਾਇਆ ਨਾ ਜੀ, ਉਹਨੇ ਚਾਰ ਖਾਣੀਆਂ ਤੋਂ ਇਸ ਕਾਇਨਾਤ ਨੂੰ ਹੋਂਦ ਵਿੱਚ ਲੈ ਕੇ ਆਉਂਦਾ। ਅੰਡਜ, ਜੇਰਜ, ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਅੰਡਜ ਤੋਂ ਭਾਵ ਹੈ ਸੰਸਾਰ ਤੇ ਜਿੰਨੇ ਵੀ ਪੰਛੀ ਹਨ ਜੀ, ਇਹ ਸਾਰੇ ਅੰਡਜ ਖਾਣੀ ਦੀ ਪੈਦਾਇਸ਼ ਹਨ, ਅੰਡੇ ਤੋਂ ਪੈਦਾ ਹੁੰਦੇ। ਜੇਰਜ ਤੋਂ ਭਾਵ ਹੈ ਜੇਰ ਤੋਂ, ਵੀਰਜ ਤੋਂ, ਪਾਣੀ ਤੋਂ ਪੈਦਾ ਹੋਣ ਵਾਲੇ। ਤੇ ਜਿੰਨੇ ਵੀ ਸੰਸਾਰ ਦੇ ਪਸ਼ੂ ਹਨ ਤੇ ਮਨੁੱਖ, ਅਸੀਂ ਜੇਰ ਖਾਣੀ ਦੀ ਪੈਦਾਇਸ਼ ਹਾਂ। ਸੇਤਜ, ਸੇਤਜ ਦਾ ਅਰਥ ਹੈ ਸਮੇਂ ਦਾ ਪ੍ਰਭਾਵ, ਨਮੀ। ਮੀਂਹ ਪਿਆ, ਧਰਤੀ 'ਚ ਗਡੋਏ ਨਿਕਲ ਆਏ, ਸਿਰ 'ਚ ਗਰਮੀ ਹੋ ਗਈ ਤੇ ਜੂਆਂ ਪੈ ਗਈਆਂ। ਲੱਕੜ ਨੂੰ ਘੁਣ ਲੱਗਾ ਤੇ ਉਹਦੇ ਅੰਦਰ ਵੀ ਜੀਵ ਪੈਦਾ ਹੋ ਗਏ। ਇਹ ਵੀ ਇੱਕ ਮਾਲਕ ਨੇ ਖਾਣੀ ਬਣਾਈ ਹੈ ਜਿਹਦੇ ਨਾਲ ਜੀਵ ਪੈਦਾ ਹੋ ਰਹੇ ਆ। ਤੇ ਚੌਥੀ ਖਾਣੀ ਹੈ ਉਤ ਭੁਜ। ਉਤ ਭੁਜ ਤੋਂ ਭਾਵ ਧਰਤੀ ਦੀ ਕੁੱਖ ਤੋਂ।
जिन्हें भी संसार की बनास्पति है रुख हैं। भागां वालिओ ये उत पुज खाणी की पैदाइश है। पर याद रखियो, क्यों असी किसी आकार नाल नहीं जुड़ना, क्यों सिख ने किसी होर नाल नहीं जुड़ना, एक नाल क्यों जुड़ना है? क्योंकि महाराज एक बेनती सतगुरु जी के बचना च आपां पढ़ते हाँ। महाराज कहते याद रखी, ਜਿਹੜੀ भी चीज़ संसार ते बनी है ना, उन्हें एक न एक दिन नाश होना है। आपां बचन पढ़ते हाँ, जो उपजियो सो बिनस है, परो आज कै काल। ਜਿਹੜੀ भी चीज़ पैदा हुई है, ਜਿਹੜਾ भी दिसदा पसारा है, वो अज है, समा पै के नाश हो जाए। ते प्यारिओ, जे किसी रुख नूं रब मन्निया, जे किसी पंछी नूं रब मन्निया, जे किसी रुख नूं रब मन्निया, जे किसी मनुख नूं रब, पशु नूं रब मन्निया, ते जदों नहीं रहेगा ते फिर की आखांगे? रब नहीं रहा। फिर की आखांगे जी साडा रब मर गया? पर नहीं, रब की पहचान की है? सतगुर मेरा सदा सदा, वो तो सदीवी तौर पर रहने वाला है। हर रोज़ आपां जिस वेले अमृत वेले नितनेम करते हाँ, धन गुरु नानक साहब महाराज जी कितना प्यारा सतगुरु सानू समझाते हैं। जिथे महाराज कहते हो ही नहीं सकता कि कोई रब नूं थाप दे ते आखे जी अज तो रब है। कहते नहीं, रब कदी भी थापिया नहीं जाता, रब किसी दे बनाया बनता नहीं। ते ध्यान रखियो, जे किसी नूं रब थाप दिता ते आख्या जी अज तो ये रब है, फिर तो यह कहना पेगा बंदे ने रब बनाया है, रब ने बंदे नूं नहीं बनाया। मेरी बेनती नूं फिर सर्विस करियो। जे किसी भी दिसदे पसारे दी किसी भी चीज़ नूं, पत्थर नूं, रुख नूं, पशु नूं आख दिता जी ये रब है, इनू थाप दिता जी अज तो ये साडा रब है, ते महाराज कह लगे फिर तो यह कहना पेगा बंदिया तू रब दीयां डिग्रियां देंदा फिरदा। नहीं, रब ने सानू बनाया है, बनाउण वाला वड्डा हुंदा है, उहदी बनाई किरत छोटी हुंदी, फिर तो कहना पेगा रब बंदे तो छोटा हो गया। महाराज कह लगे इस करके याद रखी सिखा, जिस रब नाल तू जुड़ना है, ये गुरमत दा मुढ़ला सिद्धांत है। भागां वालिओ, महाराज जी बचन करते ने थापिया ना जाए, कीता ना होए, आपे आप निरंजन सोए। वो अपने आप तो है, उन्होंने कोई बना नहीं सकता। तब महाराज जी ने रहमत की कि आपे थापे, वो आप कायनात बनाउंदा है। उन्हें संसार दे विच एक ऐसी लगातार विधि विधान बना दिता है। संसारिक तौर पर ना भागां वालिओ, घर दे विच राशन पाइए ना, तो एक महीने बाद 15 दिनों बाद वो राशन मुक जाता है, तो फिर लैके आया जाता है। और वो मालिक वाहिगुरू ने कैसी कंटिन्यूटी इस संसार च बना दी। जीव आई भी जाते हैं, जीव जाई भी जाते। जिसका समा आया वो चलिया गया, जम्मण मरना हुक्म है, भाणे आवे जाए, वह नियम चल रहा है। आपे थापे आप बना भी रहा है। आप जी ने बचन पढ़िया, आपे साजे करे आप, जाए भे रखे आप, तिस विच जंत उपाय कै देखै थाप उथाप। वो बनाउंदा भी है, वो नाश भी करता है। महाराज जी ने बचन बख्शिश किते, आपे थापे थाप उथापे, सब मैं वरतै एको सोई। ते सारियां विचों मालिक वाहिगुरू की रौं चल रही है। वो अकाल पुरख वाहिगुरू इस तरह सुभाईमान है, सब गोबिंद है, सब गोबिंद है, गोबिंद बिन नहीं कोई। सूत एक मन सत सहंस जैसे ओत पोत प्रभ सोई। महाराज कहते जिवें धागा एक है ते उहदे विच परोए हुए मणके सैकड़े ने, ते वो सारे एक दूजे नाल जुड़े हुए ने ताने पेटे दे नाल। बिल्कुल इवें वो मालिक ने कायनात बनाई, ते वो कायनात नूं बना के लांभे नहीं होया, कायनात दे विच है। सब नदरी हेठ च लाइंदा, सारियां नूं अपनी निगाह विच रखिया होया। कदी होया कि वो मालिक वाहिगुरू ने किसी मनुख नूं बनाया
फिर वो भुल गया, वो मरे ही नहीं, रब के ध्यान च नहीं। संसारक तौर पर इंज समझिए, कोई बंदा कोई फैक्ट्री चलावे, बंदा कोई कारखाना चलावे तो बंदे 50 हो जाण तो कहता हुण एक सुपरवाइजर लाउणा पएगा, ये एक जिहड़ा है फोरमैन होएगा, क्योंकि सारियां दी निगाह रखनी है। पर वो अकाल पुरख वाहिगुरू जिन्हें सारी कायनात बनाई है, तो अकाल पुरख वाहिगुरू महाराज सारियां नूं अपनी निगाह विच रखी बैठा है। जिहदा समा आ रहा है वो तुरया जा रहा है, किसी नूं पैदा कर रहा है, किसी नूं फना कर रहा है। और एक वो मालिक वाहिगुरू जिस तरह सगल बनस्पत मह बैसंतर, सारी बनस्पति दे विच अग है, सगल दूध में घीया, दुध विच घ्यो है, इस तरह ऊच नीच में जोत समानी, घट घट मत हो जिया। ध्यान रखना भागा मालिक, उस रब की होंद नूं समझना कितना को औखा है जी। तुसीं तक के वेखो, मालिक वाहिगुरू ने आ संसारक चित्र बनाए, एक संसार बनाया है आ गुरमत दे विच तस्वीरां दी बिल्कुल मनाही है, ये मनमत है। सिख रहत मर्यादा दे अंदर बड़ा साफ लिखिया है कि तस्वीर नूं सिख नहीं पूजदा, ये मनमत है। मैं एक उदाहरण दे के गल कर रहा, 10 काल्पनिक तस्वीरां एक बनाउण वाले चित्रकार ने बनाईयां ते उहदे विच ओह फर्क नहीं रख सकिया, लेखा लग जाता है ओहदी निगाह विच, ओहदी नज़र विच। गुरमत परवान नहीं करती, मैं वार वार बेनती कर रहा, ओहदी निगाह विच जदों उहने बनाया तो गुरु हरगोबिंद साहब पातशाह ते गुरु गोबिंद सिंह पातशाह दी ओहदी जिहड़ी मनोकल्पित फोटो है उहदे विच फर्क नहीं जापदा। और मालिक वाहिगुरू ने किन्ने चित्र बनाए, आपां तुरे फिरदे हां जी बनाए, किसी दी आवाज़ नहीं रलदी, किसी दी शक्ल नहीं रलदी, किसी दियां अखां दे बायोमैट्रिक्स हुंदी है, क्यों? क्योंकि अखां नूं स्कैन किया जाता, नहीं रलदी, आवाज़ नहीं रलदी, हत्थां दे निशान नहीं रलदे। वो मालिक वाहिगुरू ने कायनात बनाई, विण थम्मे गगन रहाया, 500 फुट का 700 फुट का लैंटर पाउणा है तो उहदे थल्ले थम्मियां। और मालिक वाहिगुरू ने इन्ना वड्डा आकाश बनाया तो उहदे थल्ले कोई थंबी नहीं टिकिया होया। इस करके महाराज कह लगे वो बनाउंदा भी है, वो फना भी करता है, तो मालिक वाहिगुरू रमिया होया है। बंदा किनू आखदे हैं जी? शरीर नूं। याद रखिए जद सी उसे बंदे लई शब्द वरतीए जी, ये चढ़ाई कर गया, ये संसार तो चलिया गया, सानू छड्ड गया। कौन छड्ड गया? जे शरीर बंदा है तो प्यारिओ शरीर तो उदों भी हुंदा है जदों असीं वो शब्द वरत रहे हुंदे आ भी ये चलिया गया, चढ़ाई कर गया, ये रहा नहीं जी, सानू छड्ड गया। वो किहड़ी चीज़ है जी? उस मालिक वाहिगुरू ने विधि विधान दे नाल जो इहदे विच रौं पाई हुई सी, जो इस मिट्टी दे पुतले नूं तोरी फिरदी सी, जिहदे करके गल्लां करी जांदा सी, बोली जांदा सी, जिन्हों गुरमत विच आत्मा भी आख्या, जिंद भी आख्या, प्राण भी आख्या। मालिक वाहिगुरू ने वो पाई हुई है तो बंदा तुरया फिरदा है, जदों खिच लवे तो पल विच तुरदा फिरदा वो बंदा मिट्टी दी ढेरी। इस करके महाराज कह लगे आपे थाप उथापे सब में वरतै एको सोई, गुरमुख शोभा पावने। गुरमुख का अर्थ है गुरु दे सन्मुख हो के, जदों उस मालिक वाहिगुरू की होंद नूं बंदा स्वीकार कर ले तो उस मालिक वाहिगुरू नाल जुड़ जाए, उसकी बाणी नाल जुड़ जाए, फिर की हुंदा है जी? शोभा पावनिया। वो गुरु की निगाह विच भी परवान है, वो संसार की निगाह दे विच भी परवान हो जाता है। हौं वारी जियो वारी निरंकारी नाम ध्यावनिया। महाराज जी ने अगे रहमतां कीतियां, मैं कुर्बान हाँ उस तो, किस तो जी? निरंकारी। मैं फिर बेनती करते हैं, किसी आकार नाल असीं नहीं जुड़ना, किसी तस्वीर नाल असीं नहीं जुड़ना। मालिक वाहिगुरू जी आखन लगे निरंकारी, ओ अकाल पुरख वाहिगुरू जिहड़ा आकार तो रहत है, जदों ओदी होंद नाल ओदे होण दा एहसास तेरे हिरदे विच वस जाएगा। मालिक वाहिगुरू कहन लगे मैं उन्हां तो बलिहार हाँ, उन्हां तो कुर्बान हाँ। अगे महाराज जी ने रहमतां कीतियां, तिस रूप ना रेखिया घट घट देखिया। वो अकाल पुरख वाहिगुरू
ਜਿਹੜਾ ਨਿਰਗੁਣ ਸਰੂਪ ਵਿੱਚ ਵੀ ਹੈ, ਜਿਹੜਾ ਸਰਗੁਣ ਸਰੂਪ ਵਿੱਚ ਵੀ ਹੈ। ਬਚਨ ਪੜ੍ਹਦੇ ਹਾਂ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਰਗੁਣ, ਨਿਰਗੁਣ, ਨਿਰੰਕਾਰ। ਸਰਗੁਣ ਕੀ ਹੈ ਜੀ? ਮਾਲਕ ਵਾਹਿਗੁਰੂ ਨੇ ਕਾਇਨਾਤ ਬਣਾਈ ਹੈ, ਇਹ ਦਿਖਦਾ ਪਸਾਰਾ ਸਰਗੁਣ ਸਰੂਪ ਹੈ ਉਸ ਮਾਲਕ ਵਾਹਿਗੁਰੂ ਦਾ। ਨਿਰਗੁਣ ਹੈ ਜਿਹੜਾ ਦਿਖਦਾ ਨਹੀਂ, ਜਿਹਨੂੰ ਮਹਿਸੂਸ ਕੀਤਾ ਜਾਂਦਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਕਿ ਬੜਾ ਕੁਝ, ਕਿਉਂਕਿ ਤਰਕਵਾਦੀ ਬੰਦਾ ਨਾ ਹਰ ਗੱਲ ਤੇ ਤਰਕ ਕਰਦਾ ਹੈ, ਪਰ ਧਿਆਨ ਰੱਖਿਓ ਬੜਾ ਕੁਝ ਐਸਾ ਹੈ ਜਿਹੜਾ ਬੰਦਾ ਜਿਉਂਦਿਆਂ ਜੀ ਮਹਿਸੂਸ ਕਰਦਾ ਹੈ। ਮੈਂ ਇੱਕ ਬੜੀ ਵਿਦਵਾਨ ਦੀ ਗੱਲ ਪੜ੍ਹੀ, ਕਹਿੰਦੇ ਇੱਕ ਗੁਰਮੁਖ ਬੈਠਾ ਤੇ ਉਹਦੇ ਨਾਲ ਉਹਦਾ ਚੇਲਾ ਬੈਠਾ, ਉਹਦਾ ਸਾਥੀ ਬੈਠਾ, ਬਾਣੀ ਪੜ੍ਹਨ ਲੱਗ ਗਏ। ਤੇ ਜਦੋਂ ਬਾਣੀ ਪੜ੍ਹ ਕੇ ਨਾ ਹਟੇ ਤੇ ਗੁਰਮੁਖ ਦੇ ਸਹਿਜ ਸੁਭਾਏ ਇਹ ਆਵਾਜ਼ ਉਹਨੇ ਕੱਢ ਦਿੱਤੀ, ਕਹਿੰਦਾ ਅੱਜ ਬਹੁਤ ਆਨੰਦ ਆਇਆ, ਅੱਜ ਤੇ ਬੜਾ ਆਨੰਦ ਬਣਿਆ, ਮਾਲਕ ਦੇ ਦਰਸ਼ਨ ਹੋ ਗਏ। ਧਿਆਨ ਦੇਣਾ, ਵੈਸੇ ਅਸੀਂ ਵੀ ਨਾ ਇਸੇ ਕਰਕੇ ਆਕਾਰਾਂ ਤੇ ਸਰੀਰਾਂ ਦੀ ਪੂਜਾ ਵਿੱਚ ਪਏ ਆ ਵੀ ਸ਼ਾਇਦ ਰੱਬ ਵਿਖੇਗਾ। ਔਰ ਇਸੇ ਤਰ੍ਹਾਂ ਜਦੋਂ ਉਸ ਗੁਰਮੁਖ ਪਿਆਰੇ ਨੇ ਆਖਿਆ ਨਾ ਕਿ ਅੱਜ ਬੜਾ ਆਨੰਦ ਆਇਆ, ਅੱਜ ਤੇ ਰੱਬ ਦੇ ਦਰਸ਼ਨ ਹੋ ਗਏ, ਕੋਲ ਬੈਠਾ ਸਾਥੀ ਚੇਲਾ ਕਹਿਣ ਲੱਗਾ, ਕਹਿੰਦਾ ਮੈਂ ਵੀ ਇੱਥੇ ਬੈਠਾ, ਤੁਸੀਂ ਵੀ ਇੱਥੇ ਬੈਠੇ ਹੋ, ਮੈਨੂੰ ਤੇ ਕੁਝ ਦਿਖਿਆ ਨਹੀਂ, ਤੁਸੀਂ ਕਹਿੰਦੇ ਹੋ ਮੈਨੂੰ ਰੱਬ ਵੇਖ ਗਿਆ, ਮੈਨੂੰ ਦਰਸ਼ਨ ਹੋ ਗਏ। ਥੋੜ੍ਹੀ ਦੇਰ ਬਾਅਦ ਉਸ ਗੁਰਮੁਖ ਨੇ ਕੀ ਕੀਤਾ, ਇੱਕ ਵੱਟਾ ਚੁੱਕਿਆ ਤੇ ਆਪਣੇ ਉਸ ਚੇਲੇ ਦੇ ਪੈਰ ਤੇ ਮਾਰਿਆ। ਜਦੋਂ ਮਾਰਿਆ ਨਾ, ਕਹਿੰਦਾ ਪੀੜ ਬੜੀ ਹੁੰਦੀ ਹੈ। ਤੇ ਗੁਰਮੁਖ ਪਿਆਰਾ ਆਖਣ ਲੱਗਾ, ਲਿਆ ਭਾਈ ਵਿਖਾ, ਪੀੜ ਕਿਹੋ ਜਿਹੀ ਹੁੰਦੀ ਹੈ? ਰੱਬ ਦੀ ਪ੍ਰਾਪਤੀ ਗੁਣਾਂ ਨਾਲ ਹੈ, ਉਹਦਾ ਅਹਿਸਾਸ ਕਰਨਾ ਹੈ। ਜਿਵੇਂ ਭੁੱਖ ਨਹੀਂ ਵਿਖਾਈ ਜਾ ਸਕਦੀ, ਕੋਈ ਆਖੇ ਜੀ ਮੈਨੂੰ ਭੁੱਖ ਬੜੀ ਲੱਗੀ ਹੈ, ਵਿਖਾ ਸਕਦੇ ਹਾਂ ਜੀ ਵੀ ਆਹ ਵੇਖ ਮੈਨੂੰ ਆਹ ਇੱਦਾਂ ਦੀ ਭੁੱਖ ਹੈ। ਕੋਈ ਆਖੇ ਮੈਨੂੰ ਨੀਂਦ ਬੜੀ ਆਈ ਹੈ, ਨੀਂਦ ਵਿਖਾ ਸਕਦੇ ਆ। ਬਿਲਕੁਲ ਇਸੇ ਤਰ੍ਹਾਂ ਉਹ ਮਾਲਕ ਵਾਹਿਗੁਰੂ ਨਿਰਗੁਣ ਸਰੂਪ ਵਿੱਚ ਹੈ, ਉਹਨੇ ਕਾਇਨਾਤ ਬਣਾਈ ਹੈ। ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਜਾਏ, ਮੈਂ ਇਹਦੇ ਤੋਂ ਮੁਨਕਰ ਨਹੀਂ ਆ, ਪਰ ਯਾਦ ਰੱਖਿਓ ਕਿ ਬੰਦੇ ਵਰਗਾ ਪੁਤਲਾ ਦੁਬਾਰਾ ਤਿਆਰ ਕਰ ਸਕਦੀ ਹੈ ਸਾਇੰਸ, ਹਾਂ ਰੋਬੋਟ ਬਣ ਜਾਏਗਾ, ਪਰ ਉਸ ਤਰ੍ਹਾਂ ਜੋ ਹੱਥ ਪੈਰ ਮਨੁੱਖ ਦੇ ਆਪਣੇ ਕੰਮ ਕਰਦੇ ਨੇ ਉਸੇ ਤਰ੍ਹਾਂ ਕਰ ਸਕੇਗਾ? ਉਹ ਵੀ ਕਿਸੇ ਬੈਟਰੀ ਦਾ, ਕਿਸੇ ਬਿਜਲੀ ਦਾ, ਕਿਸੇ ਚੀਜ਼ ਦਾ ਮੁਹਤਾਜ ਹੈ। ਔਰ ਉਹ ਰੱਬ ਨੇ, ਵਾਹਿਗੁਰੂ ਨੇ ਮਨੁੱਖ ਪੈਦਾ ਕੀਤਾ। ਜਿਹੜੇ ਅੰਗ ਮਨੁੱਖ ਨੂੰ ਮਾਲਕ ਨੇ ਦੇ ਦਿੱਤੇ, ਆ ਬਾਂਹ ਸਾਨੂੰ ਰੱਬ ਨੇ ਬਖਸ਼ਿਸ਼ ਕਰ ਦਿੱਤੀ। ਪਿਆਰਿਓ, ਜਦੋਂ ਨਾ ਰਵੇ ਤੇ ਫਿਰ ਨਕਲੀ ਬਾਂਹ ਲਾ ਦਿੰਦੇ ਨੇ ਕਿ ਉਹ ਨਕਲੀ ਬਾਂਹ ਇਸ ਅਸਲੀ ਬਾਂਹ ਦਾ ਮੁਕਾਬਲਾ ਕਰ ਸਕੇਗੀ? ਕਿਹੜੀ ਸੰਸਾਰ ਦੀ ਐਸੀ ਚੀਜ਼ ਹੈ ਕਿ ਇੱਕ ਬੂੰਦ ਤੋਂ, ਇੱਕ ਪਾਣੀ ਤੋਂ ਇੱਕ ਮਨੁੱਖ ਬਣ ਜਾਏ? ਪਰ ਆਪਾਂ ਪੜ੍ਹਦੇ ਆ, ਬਿੰਦ ਤੇ ਜਿੰਨ ਪਿੰਡ ਕੀ ਆ, ਉਸ ਮਾਲਕ ਵਾਹਿਗੁਰੂ ਨੇ ਬਣਾਇਆ। ਇਸ ਕਰਕੇ ਮਹਾਰਾਜ ਜੀ ਆਖਣ ਲੱਗੇ ਕਿ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਏ। ਤਾਂ ਹੀ ਗੁਰਮਤਿ ਵਿੱਚ ਨਾ ਜੀ, ਵਿੱਚ ਦੁਨੀਆ ਸੇਵ ਕਮਾਈਆ ਦਾ ਸਿਧਾਂਤ ਹੈ ਕਿ ਇਹ ਖਲਕਤ ਵੀ ਉਸ ਮਾਲਕ ਵਾਹਿਗੁਰੂ ਦਾ ਅੰਸ਼ ਹੈ, ਉਹਦਾ ਨਿਰਗੁਣ ਸਰੂਪ, ਉਹਦਾ ਸਰਗੁਣ ਸਰੂਪ ਹੈ। ਤੇ ਜਦੋਂ ਤੂੰ ਇਹ ਖਲਕਤ ਦੀ ਸੇਵਾ ਕਰੇਗਾ, ਤੂੰ ਮਾਲਕ ਦੇ ਸਰਗੁਣ ਸਰੂਪ ਦੀ ਸੇਵਾ ਕਰੇਗਾ, ਦਿਖਦੇ ਪਸਾਰੇ ਦੀ। ਤੇ ਨਿਰਗੁਣ ਹੈ ਜਿਹੜਾ ਮਨੁੱਖ ਨੂੰ ਬਣਾਇਆ ਦਿੱਤਾ ਉਸ ਮਾਲਕ ਵਾਹਿਗੁਰੂ ਨੇ, ਉਹਦੇ ਵਿੱਚ ਜਿਹੜੀ ਰੌਂ ਪਾ ਦਿੱਤੀ, ਉਹਨੇ ਜਿਸ ਟੈਕਨੀਕ ਦੇ ਨਾਲ ਬਣਾ ਦਿੱਤਾ, ਉਹਨੇ ਸੂਰਜ ਚੰਦਰਮਾ ਉਹਦੇ ਹੁਕਮ ਵਿੱਚ ਚੱਲ ਰਹੇ ਨੇ। ਤਾਂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਤੇ ਸਰੂਪ ਨਾ ਰੇਖਿਆ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ। ਇਸ ਕਰਕੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਕਹਿ ਲਗੇ ਘੱਟ ਘੱਟ ਦੇਖਿਆ ਗੁਰਮੁਖ ਅਲਖ ਲਖਾਵਨਿਆ। ਅਲਖ, ਲੱਖ ਦਾ ਅਰਥ ਹੈ ਲਖਿਆ ਜਾਣ ਵਾਲਾ। ਐੜਾ ਅਗੇਤਰ ਨਾ ਪੱਕੀ ਤਾਂ ਸ਼ਬਦ ਬਣ ਗਿਆ ਅਲਖ। ਔਰ ਅਲਖ ਦਾ ਅਰਥ ਹੈ ਜਿਹੜਾ ਨਹੀਂ ਲਖਿਆ ਜਾ ਸਕਦਾ, ਜਿਹੜਾ ਨਹੀਂ ਜਾਣਿਆ ਜਾ ਸਕਦਾ। ਜਿਸ ਵੇਲੇ ਗੁਰੂ ਵੱਲ ਮੁੱਖ ਕਰਕੇ ਬਾਣੀ ਨਾਲ ਜੁੜਿਆ ਜਾਏ, ਸ਼ਬਦ ਨਾਲ ਜੁੜਿਆ ਜਾਏ, ਤੇ ਫਿਰ ਉਹ ਮਾਲਕ ਵਾਹਿਗੁਰੂ ਜਿਹੜਾ ਲਖਿਆ ਨਹੀਂ ਜਾ ਸਕਦਾ, ਉਹਦੀ ਸੋਝੀ ਹੋ ਜਾਂਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ। ਗੁਰੂ ਦੀ ਸਿੱਖਿਆ ਦੇ ਨਾਲ ਮਹਾਰਾਜ ਜੀ ਨੇ ਰਹਾਉ ਦੇ ਬੰਦ ਵਿੱਚ ਇਹ ਸ਼ਬਦ ਵਰਤਿਆ,
ਅੱਗੇ ਸਤਿਗੁਰੂ ਜੀ ਨੇ ਅਗਲੇਰੇ ਬੰਦ ਵਿੱਚ ਰਹਿਮਤਾਂ ਕੀਤੀਆਂ। ਤੂੰ ਦਇਆਲ ਕਿਰਪਾਲ ਪ੍ਰਭ ਸੋਈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਦਇਆ ਕਰਨ ਵਾਲਾ ਹੈ, ਤੂੰ ਕਿਰਪਾ ਕਰਨ ਵਾਲਾ ਹੈ। ਤੁਧ ਬਿਨ ਦੂਜਾ ਅਵਰ ਨ ਕੋਈ, ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ। ਜਿਸ ਵੇਲੇ ਆਪ ਪਾਵਨ ਬਾਣੀ ਨੂੰ ਪੜ੍ਹੋ ਜੀ, ਪਾਵਨ ਬਾਣੀ ਵਿੱਚ ਸਤਿਗੁਰੂ ਇੱਕ ਦੀ ਗੱਲ ਕਰਦੇ ਨੇ। ਆਪਾਂ ਬਚਨ ਪੜ੍ਹਦੇ ਹਾਂ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਦੂਜੇ ਦੀ ਗੱਲ ਹੀ ਨਹੀਂ। ਔਰ ਧਿਆਨ ਰੱਖਣਾ, ਜਦੋਂ ਦੂਜੇ ਵੱਲ ਬੰਦਾ ਤੁਰਿਆ ਨਾ, ਫਿਰ ਗੁਰੂ ਸਾਹਿਬ ਨੇ ਸਾਡੇ ਲਈ ਬੜੇ ਕਰੜੇ ਸ਼ਬਦ ਵੀ ਵਰਤੇ। ਕਰੜੇ ਸ਼ਬਦ ਮੈਂ ਤਾਂ ਕਹਿ ਰਿਹਾ, ਜਿਵੇਂ ਘਰ ਦੇ ਵਿੱਚ ਬੱਚਾ ਹੋਵੇ ਨਾ, ਬੱਚਾ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਹੋਣ ਲੱਗੇ, ਘਰ ਦੀ ਮਾਣ ਮਰਿਆਦਾ ਤੋਂ ਪਹਿਲਾਂ ਮਾਂ ਬਾਪ ਪਿਆਰ ਨਾਲ ਸਮਝਾਉਂਦਾ ਹੈ, ਤੇ ਜਦੋਂ ਫਿਰ ਨਾ ਸਮਝੇ ਨਾ, ਫਿਰ ਥੋੜਾ ਜਿਹਾ ਮਾਂ ਬਾਪ ਕੈੜਾ ਹੋ ਜਾਂਦਾ ਹੈ। ਪਰ ਯਾਦ ਰੱਖਿਓ, ਮਾਂ ਬਾਪ ਦਾ ਉਹ ਕੈੜਾ ਹੋਣਾ, ਕਰੜਾ ਹੋਣਾ ਇਸ ਕਰਕੇ ਹੈ ਕਿ ਸਾਡਾ ਬੱਚਾ ਗਲਤ ਰਾਹ ਨਾ ਪੈ ਜਾਏ। ਬਿਲਕੁਲ ਐਵੇਂ ਗੁਰੂ ਸਾਹਿਬ ਜੀ ਨੇ ਸਾਨੂੰ ਪਾਵਨ ਬਾਣੀ ਦੇ ਅੰਦਰ ਜਿੱਥੇ ਉਪਦੇਸ਼ ਕੀਤਾ ਹੈ, ਤੇ ਜਦੋਂ ਅਸੀਂ ਗੁਰਬਾਣੀ ਦੇ ਮਿਆਰ ਤੋਂ ਬਾਹਰ ਹੋ ਕੇ ਆਪਣਾ ਜੀਵਨ ਜਿਉਣ ਲੱਗੇ, ਤੇ ਗੁਰੂ ਸਾਹਿਬ ਨੇ ਫਿਰ ਸਾਡੇ ਸੁਧਾਰ ਵਾਸਤੇ, ਸਾਡੇ ਭਲੇ ਵਾਸਤੇ ਮਹਾਰਾਜ ਨੇ ਕੁਝ ਕਰੜੇ ਸ਼ਬਦ ਵੀ ਵਰਤੇ। ਪਰ ਮੈਂ ਬੇਨਤੀ ਕਰਦਾ ਵਾਂ, ਜਿਹੜਾ ਬੱਚਾ ਮਾਂ ਬਾਪ ਦੀ ਝਿੜਕ ਸਹਿ ਜਾਏ, ਜਿਹੜਾ ਬੱਚਾ ਆਪਣੇ ਅਧਿਆਪਕ ਦਾ ਦਬਕਾ ਸਹਿ ਜਾਏ, ਜੀਵਨ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ। ਤੇ ਜਿਹੜਾ ਮਾਂ ਬਾਪ ਦੀ ਝਿੜਕ ਨਾ ਸਵੇ ਤੇ ਧਿਆਨ ਦੇਣਾ, ਸਾਰੀ ਜ਼ਿੰਦਗੀ ਖੁਆਰ ਹੁੰਦਾ ਹੈ। ਗੁਰੂ ਵੀ ਸਾਡੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਤੇ ਮਹਾਰਾਜ ਜੀ ਨੇ ਫਿਰ ਜਦੋਂ ਇੱਕ ਨੂੰ ਛੱਡ ਕੇ ਦੂਜੇ ਵੱਲ ਤੁਰੇ ਨਾ, ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਤਿਆਗ ਸੁਆਮੀ ਆਨ ਜੋ ਚਿਤਵਤ। ਤਿਆਗ ਸੁਆਮੀ ਤੋਂ ਭਾਵ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ, ਗੁਰੂ ਨੂੰ ਛੱਡ ਕੇ, ਆਨ ਜੋ ਚਿਤਵਤ, ਆਨ ਦਾ ਅਰਥ ਹੈ ਜੀ ਹੋਰ, ਜੋ ਦੂਜੇ ਨੂੰ ਚਿਤਵਦਾ ਹੈ। ਤਿਆਗ ਸੁਆਮੀ ਆਨ ਜੋ ਚਿਤਵਤ, ਮੂੜ ਮੁਗਦ ਖਲ ਖਾਰਤੇ। ਉਹ ਕੌਣ ਨੇ? ਪਰਲੇ ਦਰਜੇ ਦੇ ਮੂਰਖ ਨੇ। ਵਾਹਿਗੁਰੂ, ਮੈਂ ਤਾਂ ਅਰਥ ਕਰ ਰਿਹਾ ਜੀ ਬਾਣੀ। ਮਹਾਰਾਜ ਕਹਿੰਦੇ ਮੂੜ ਮੁਗਦ, ਪਰਲੇ ਦਰਜੇ ਦਾ ਮੂਰਖ ਹੈ, ਫਿਟਕਾਰ ਯੋਗ ਹੈ। ਖਾਲ ਦਾ ਅਰਥ ਹੈ ਮੂਰਖ, ਤੇ ਖਾਰ ਦਾ ਅਰਥ ਹੈ ਖੋਤਾ ਹੈ। ਤੇ ਮਹਾਰਾਜ ਕਹਿ ਲਗੇ ਉਹਨਾਂ ਦੀ ਹਾਲਾਤ ਕੀ ਹੈ? ਮੂੜ ਮੁਗਦ ਖਾਲ ਖਾਰਤੇ, ਕਾਗਰ ਨਾਮ ਲੰਘੈ ਕਿਤ ਸਾਗਰ, ਬ੍ਰਿਥਾ ਕਥਤ ਹਮ ਤਰਤੇ। ਕਹਿੰਦੇ ਕਾਗਜ਼ ਦੀਆਂ ਬੇੜੀਆਂ ਤੇ ਸਵਾਰ ਹੋਏ ਫਿਰਦੇ, ਤੇ ਕਹਿੰਦੇ ਅਸੀਂ ਪਾਰ ਹੋ ਜਾਵਾਂ। ਇਸ ਕਰਕੇ ਮਹਾਰਾਜ ਕਹਿ ਲਗੇ ਧਿਆਨ ਨਾਲ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਆਕਾਰ, ਕਿਸੇ ਸਰੀਰ ਨਾਲ ਨਹੀਂ ਜੁੜਨਾ। ਉਹ ਮਾਲਕ ਵਾਹਿਗੁਰੂ ਆਪ ਹੈ, ਤੁਧ ਬਿਨ ਦੂਜਾ ਅਵਰ ਨ ਕੋਈ। ਗੁਰ ਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ। ਜਿਸ ਵੇਲੇ ਗੁਰੂ ਦੀ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ, ਉਹ ਮਾਲਕ ਵਾਹਿਗੁਰੂ ਆਪਣੇ ਨਾਮ ਦੀ ਬਖਸ਼ਿਸ਼ ਕਰ ਦੇਵੇ, ਸ਼ਬਦ ਦੀ ਬਖਸ਼ਿਸ਼ ਕਰ ਦੇਵੇ। ਫਿਰ ਹਿਰਦੇ ਦੇ ਵਿੱਚ ਗੁਰੂ ਦੀ ਸਦੀਵੀ ਯਾਦ ਟਿਕ ਜਾਂਦੀ ਹੈ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ। ਉਹ ਮਾਲਕ ਵਾਹਿਗੁਰੂ ਸੱਚਾ ਹੈ, ਸਿਰਜਣਹਾਰ ਬਣਾਉਣ ਵਾਲਾ ਹੈ। ਤੇ ਉਸ ਮਾਲਕ ਵਾਹਿਗੁਰੂ ਦੇ ਘਰ ਬੇਅੰਤ ਭਗਤੀ ਤੇ ਭੰਡਾਰ ਹਨ। ਭਗਤੀ ਕੀ ਹੈ ਜੀ? ਗੁਣਾਂ ਦਾ ਜੀਵਨ ਵਿੱਚ ਆ ਜਾਣਾ। ਜਿਸ ਵੇਲੇ ਅਸੀਂ ਮਾਲਕ ਨਾਲ ਸਾਂਝ ਕਰਨ ਦੀ ਗੱਲ ਕਰਾਂਗੇ ਜੀ, ਜਿਸ ਵੇਲੇ ਭਾਈ ਸਾਹਿਬ ਜੀ ਨੇ ਲੜੀਵਾਰ ਸ਼ਬਦ ਪੜ੍ਹਿਆ, ਤੇ ਉਹਨਾਂ ਨੇ ਟੇਕ ਵਿੱਚ ਇੱਕ ਬਚਨ ਬੜਾ ਪਿਆਰਾ ਪੜ੍ਹਿਆ, ਸਤਿਗੁਰ ਕੀ ਜਿਸ ਨੋ ਮਤ ਆਵੇ। ਮਾਲਕ ਨਾਲ ਜੁੜਨ ਦੀ, ਜੁੜੇ ਹੋਏ ਦੀ ਪਛਾਣ ਕਰਨੀ ਕੋਈ ਬਹੁਤੀ ਔਖੀ ਨਹੀਂ ਹੈ। ਸਤਿਗੁਰ ਕੀ ਜਿਸ ਨੋ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਜਦੋਂ ਗੁਣ ਇਕੱਠਾ ਕਰੇਗਾ ਫਿਰ ਭਗਤੀ ਹੈ, ਬਿਨਾਂ ਗੁਣਾ ਤੋਂ ਭਗਤੀ ਨਹੀਂ। ਵੇਣ ਗੁਣ ਕੀਤੇ ਭਗਤ ਨਾ ਹੋਏ। ਬਾਹਰੀ ਤੌਰ ਤੇ, ਸਰੀਰਕ ਤੌਰ ਤੇ ਬੈਠਕਾ ਮਾਰਦਾ ਰਹਿ, ਪਹਿਰਾਵਾ ਪਹਿਨ ਲੈ,
जो मर्जी अर्पण करी जा, पर जिन्नी देर तक अपने जीवन अंदर गुण नहीं लियाएगा उन्नी देर तक तेरी भगती नहीं है। महाराज कह लगे इस करके बेअंत गुणां मालिक वाहिगुरू, ते जिहड़ा तेरे गुणां नाल जुड़ जाए मालिक वाहिगुरू तेरे नाल जुड़ जाता है। सतगुरु जी ने अगे बख्शा कीतियां, गुरमुख नाम मिलै मन भीजै। गुरमुख तो अर्थ है गुरु दे राही, जिहड़ा गुरु दे सन्मुख हो जाए, नाम मिलै मन भीजै, फिर मन भिज जाता है। सहज समाध लगावनिया आत्मक अडूलता प्राप्त हो जाती है। ध्यान देना, जिहड़ा नाम नाल जुड़ जाए उन्होंने कोई मथाजगी नहीं होती। मैं कई बार कहना, संसारक तौर पर संसार विच वड्डे वड्डे अखवाउण वाले गुरु अपना प्रभाव पाउण लई वड्डे वड्डे चौधरीआं ते लीडरां नूं अपने डेरियां च बुलाउंदे भी साडा प्रभाव बने। पर याद रखियो, जिस वेले जी गुरु अंगद साहब महाराज कोले मौके दा हुक्म आया, सतगुरु महाराज ने तो परवाह नहीं की। खडूर साहब की धरती ते मायू आया सी ना, महाराज ने परवाह नहीं की। आत्मक अडोलता जिस अंदर आ गई वो परवाह नहीं करता। साहब सतगुरु धन गुरु हरकृष्ण साहब महाराज जी के पावन स्थान पर आप बैठे हैं। ये बंगला सी ना राजा जय सिंह का, ते किन्ने तरले लए सी औरंगजेब ने कि गुरु हरकृष्ण साहब महाराज मैनू दर्शन दे देन। महाराज ने कहा नहीं, क्योंकि धन गुरु हर साहब महाराज सतगुरु जी ने आख्या सी कि ये मलेश गुरु घर च पाड़ा पाउण दा यतन कीता है, ये मत्थे नहीं लगना। अड्डी चोटी का जोर लाया। मिर्जा जय सिंह जी नूं आख्या कि जो मर्जी होवे मैनू एक बार गुरु हरकृष्ण साहब महाराज नाल मिला दे। महाराज ने इनकार कर दिता। दुनिया के अखौती अखवाउण वाले गुरु वड्डे वड्डे चौधरीआं ते लीडरां दे पिछे तुरे फिरदे, पर जेड़े गुरु बन गए सच्चे, क्योंकि शब्द पूरा गुरु भी ये आया, जेड़ा सच्चा गुरु है ना प्यारिओ, वो परवाह नहीं करता। तो फिर हाथ जोड़ के आखन लगे महाराज कोई बख्शिश तो कर दो। तो उस वेले बचन की कीता महाराज जी ने, क्या खादा क्या पहनदा होए, जामा ना ही सच्चा सोए। क्या मेवा क्या घ्यो गुड़ मिठा, क्या मैदा क्या मास, क्या कपड़ क्या सेज सुखाली, की जय भोग बिलास। महाराज कह लगे क्या लश्कर क्या नेब खवासी, आवे महली वास, नानक सच्चे नाम विण सब्बे टोल विनाश। आत्मक अडोलता आ गई, किसी की परवाह नहीं है। परवाह ना ही किसे केरी, बाज सच्चे ना। प्रभ की आज्ञा आत्म धावै, जीवन मुकुट सोऊ कहावै। तैसा सुवर्ण तैसी उस माटी, तैसा अमृत तैसी बेखाटी। तैसा मान तैसा अभिमान, तैसा रंक तैसा राजान। जो वर्ताए साई जुगत, नानक ओ पुरख कहिए जीवन मुक्त। आत्मक अडोलता। तो सतगुरु महाराज जी ने रहमतां कीतियां, अन दिन गुण गावां प्रभ तेरे, तुद सालाही प्रीतम मेरे मालिक वाहिगुरू। मैं सदीवी तौर ते तेरे गुण गावां, तेरी मालिक वाहिगुरू सिफत सलाह करदा रवां। हे मेरे प्रीतम, तुद बिन अवर न कोई जाचा, गुर प्रसादी तू पावनिया। मालिक वाहिगुरू तेरे तो बिना होर कोई है ही नहीं, जिहदे कोले जाके मंगा गुरु किरपा कर। तेरियां रहमतां दे नाल ही तेरे नाल सांझ पैंदी है। अगम अगोचर मित नहीं पाई, अपनी कृपा करै तू लह मिलाई। अगम का अर्थ है गम कहते ने पहुँच नूं, ते अगम का अर्थ है जिहड़ा पहुँच विच नहीं। अगोचर जिहड़ा ज्ञान इंद्रियां तो परे है। मालिक वाहिगुरू तेरी मित नहीं, तेरी वडियाई नहीं पाई जा सकती। अपनी कृपा करै तू लह मिलाई। ते जे मालिक तू रहमत कर दवें ते सतगुरु तेरे नाल जुड़िया जा सकता है। पूरे गुर कै शब्द ध्याईऐ, शब्द सेव सुख पावनिया। जदों पूरे गुरु नाल जुड़िया जाए, क्योंकि पावन बाणी च सतगुरु जी ने बेअंत ताईं ये शब्द वरते है, जिते आपां पढ़दे हाँ, गुर पूरै मेरी राख लई, अमृत नाम हृदय महदीनो, जन्म जन्म की मैल गई। पूरे गुरु सच्चे सतगुरु जदों लड़ लग्या जाए, सतपुरख जिन जानिया सतगुर तिसका नाम।
ਤਿਸ ਕੈ ਸੰਗ ਸਿਖੁਦਰੈ ਨਾਨਕ ਹਰ ਗੁਣ ਗਾਓ। ਜਦੋਂ ਪੂਰੇ ਗੁਰੂ ਦੇ ਲੜ ਲੱਗ ਕੇ ਸ਼ਬਦ ਨੂੰ ਧਿਆਇਆ ਜਾਏਗਾ, ਸ਼ਬਦ ਨਾਲ ਜੁੜਿਆ ਜਾਏਗਾ, ਤੇ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਸੇਵ ਸੁਖ ਪਾਵਨਿਆ, ਫਿਰ ਆਤਮਿਕ ਜੀਵਨ ਦਾ ਆਨੰਦ ਪ੍ਰਾਪਤ ਹੁੰਦਾ ਹੈ। ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ। ਇਹ ਜ਼ੁਬਾਨ ਸਦਾ ਤੇਰੇ ਗੁਣ ਗਾਉਂਦੀ ਰਹੇ। ਮਾਲਕ ਵਾਹਿਗੁਰੂ ਸਦਾ ਤੇਰੀ ਸਿਫਤ ਸਲਾਹ ਕਰਦੀ ਰਹੀਏ, ਕਿਉਂਕਿ ਜਿਹੜੇ ਸਿਫਤ ਸਲਾਹ ਕਰਦੇ ਹਨ ਮਹਾਰਾਜ ਉਹ ਤੈਨੂੰ ਭਾ ਜਾਂਦੇ ਹਨ। ਗੁਰਮੁਖ ਸਦਾ ਰਹਿ ਰੰਗ ਰਾਤੀ, ਮਿਲ ਸੱਚੇ ਸ਼ੋਭਾ ਪਾਵਨਿਆ। ਗੁਰੂ ਦੇ ਰਾਹੀਂ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜੁੜ ਜਾਂਦੇ ਨੇ ਉਹ ਆਤਮਿਕ ਆਨੰਦ ਪ੍ਰਾਪਤ ਕਰਦੇ ਨੇ, ਮਾਲਕ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੁੰਦੇ ਨੇ, ਸੱਚੇ ਸ਼ੋਭਾ ਪਾਵਨਿਆ, ਤੇ ਉਹ ਮਾਲਕ ਵਾਹਿਗੁਰੂ ਦੀ ਨਿਗਾਹ ਵਿੱਚ ਸ਼ੋਭਾ ਪ੍ਰਾਪਤ ਕਰਦੇ ਨੇ। ਆਪਾਂ ਬਚਨ ਪੜ੍ਹਦੇ ਹਾਂ, ਪੰਚ ਪ੍ਰਵਾਨ। ਪੰਚ ਦਾ ਅਰਥ ਇੱਥੇ ਮੋਹਰੀ ਹੈ ਜੀ, ਪੰਜ ਨਹੀਂ। ਜਿਵੇਂ ਆਪਾਂ ਕਹਿੰਦੇ ਹਾਂ ਸਰਪੰਚ ਭਾਵ ਮੋਹਰੀ ਆਗੂ, ਇਸੇ ਤਰ੍ਹਾਂ ਉਹ ਗੁਰਮੁਖ ਜਿਹੜੇ ਗੁਰੂ ਨਾਲ ਜੁੜ ਗਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹ ਮਾਨ, ਪੰਚੇ ਸੋਹੈ ਦਰ ਰਾਜ਼ਾਨ, ਪੰਚਾਂ ਕਾ ਗੁਰ ਏਕ ਧਿਆਨ। ਜਿਨ੍ਹਾਂ ਗੁਰਮੁਖਾਂ ਦੀ ਇੱਕ ਨਾਲ ਲਿਵ ਜੁੜ ਜਾਂਦੀ ਹੈ ਤੇ ਫਿਰ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ। ਜਿਹੜੇ ਨਹੀਂ ਜੁੜਦੇ ਉਹਨਾਂ ਦੇ ਬਾਰੇ ਸਤਿਗੁਰੂ ਜੀ ਨੇ ਹੁਣ ਬਖਸ਼ਣ ਬਖਸ਼ਿਸ਼ ਕੀਤੇ ਹਨ। ਮਨਮੁਖ ਕਰਮ ਕਰੇ ਅਹੰਕਾਰੀ, ਮਨਮੁਖ ਆਪਣੀ ਮਤ ਅਨੁਸਾਰ ਕਰਮ ਕਰਦਾ ਹੈ ਤੇ ਅਹੰਕਾਰ ਹੁੰਦਾ ਹੈ। ਗੁਰੂ ਦੀ ਸੇਵਾ ਕਰਨੀ ਹੈ ਤੇ ਗੁਰੂ ਨੂੰ ਪੁੱਛੀਏ, ਗੁਰੂ ਸਾਹਿਬ ਮੈਂ ਕਿਵੇਂ ਬਾਣੀ ਪੜ੍ਹਾਂ, ਸਤਿਗੁਰੂ ਜੀ ਮੈਂ ਗੁਰੂ ਘਰ ਆ ਕੇ ਕਿਵੇਂ ਸੇਵਾ ਕਮਾਵਾਂ, ਕਿਉਂਕਿ ਗੁਰੂ ਨੇ ਉਹ ਸੇਵਾ ਪ੍ਰਵਾਨ ਕਰਨੀ ਹੈ ਜਿਹਦੇ ਵਿੱਚ ਗੁਰੂ ਦਾ ਮਨ ਮੰਨਦਾ ਹੈ ਜੀ। ਆਪਾਂ ਬਚਨ ਪੜ੍ਹਦੇ ਹਾਂ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਿਹਦੇ ਵਿੱਚ ਗੁਰੂ ਦਾ ਮਨ ਮੰਨੇ, ਤੇ ਗੁਰੂ ਦਾ ਮਨ ਕਦੋਂ ਮੰਨੇਗਾ, ਜੋ ਗੁਰੂ ਸਾਹਿਬ ਨੇ ਆਖਿਆ। ਜਦੋਂ ਉਸ ਤਰੀਕੇ ਨਾਲ ਬਾਣੀ ਪੜ੍ਹੀ ਜਾਏ, ਸੇਵਾ ਕਮਾਈ ਜਾਏ, ਤਾਂ ਮਹਾਰਾਜ ਜੀ ਨੇ ਰਹਿਮਤ ਕੀਤੀਆਂ। ਪਰ ਕਾਰਨ ਕੀ, ਮਨਮੁਖ ਬੰਦਾ ਆਪਣੀ ਮਤ ਅਨੁਸਾਰ ਕਰਮ ਕਰਦਾ ਹੈ, ਹੰਕਾਰੀ ਹੋ ਜਾਂਦਾ, ਉਹਨੂੰ ਆਪਣੇ ਝੂਠੇ ਕੀਤੇ ਕਰਮਾਂ ਦਾ ਹੀ ਮਾਣ ਹੋਈ ਜਾਂਦਾ। ਜੂਐ ਜਨਮ ਸਭ ਬਾਜੀ ਹਾਰੀ, ਆਪਣਾ ਇਹ ਜਨਮ ਜਿਵੇਂ ਇੱਕ ਜੁਆਰੀ, ਜੂਏ ਵਿੱਚ ਸਭ ਕੁਝ ਹਾਰ ਜਾਂਦਾ ਹੈ। ਮਨਮੁਖ ਬੰਦਾ, ਆਪਣੀ ਮੱਤ ਮਗਰ ਚੱਲਣ ਵਾਲਾ ਬੰਦਾ ਆਪਣਾ ਇਹ ਜੀਵਨ ਖਤਮ ਕਰ ਲੈਂਦਾ ਹੈ। ਅੰਤਰ ਲੋਭ ਮਹਾ ਗੁਬਾਰਾ, ਫਿਰ ਆਵਣ ਜਾਵਣਿਆ। ਉਹਦੇ ਅੰਦਰ ਲੋਭ ਹੁੰਦਾ ਹੈ, ਹਨੇਰਾ ਹੈ, ਮਾਇਆ ਦਾ ਹੰਕਾਰ ਉਹਦੇ ਅੰਦਰ ਹੈ। ਤੇ ਮਹਾਰਾਜ ਕਹਿ ਲਗੇ ਫਿਰ ਆਵਣ ਜਾਵਣਿਆ। ਉਹ ਪਲ ਪਲ ਦੇ ਜੰਮਣ ਮਰਨ ਵਿੱਚ ਪਿਆ ਹੋਇਆ ਹੈ, ਮਰਨ ਤੋਂ ਬਾਅਦ ਵੀ ਤੇ ਜਿਉਂਦਿਆਂ ਜੀ ਵੀ। ਜਦੋਂ ਪੈਸਾ ਵੇਖਿਆ ਲਾਲਚ ਆਇਆ, ਕੁੱਤਾ ਬਣ ਗਿਆ, ਪਰਾਇਆ ਤਨ ਵੇਖਿਆ ਤੇ ਹਾਥੀ ਬਣ ਗਿਆ। ਜਦੋਂ ਆਲਸੀ ਹੋਇਆ ਮਹਾਰਾਜ ਕਹਿ ਲਗੇ ਇਹ ਬਲਦ ਬਣ ਗਿਆ। ਆਪਾਂ ਬਚਨ ਪੜ੍ਹਦੇ ਹਾਂ, ਗੁਰਮੰਤਰਹੀਣ ਸਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਨ, ਕੂਕਰਹਿ ਸੂਕਰਹਿ ਗਰਦਬਹਿ ਕਾਂਕੈ, ਸਰਪਨੈ ਤੁਲ ਖਲੈ। ਜਿਉਂਦਿਆਂ ਜੀ ਉਹਦਾ ਜੀਵਨ ਵੀ ਜਿਹੜਾ ਹੈ ਪਲ ਪਲ ਦੇ ਜੰਮਣ ਵਾਲਾ ਮਰਨ ਵਾਲਾ ਬਣ ਜਾਂਦਾ ਹੈ। ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਤੁਰ ਪਾਈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਆਪਣੇ ਜੀਵਨ ਨੂੰ ਵਡਿਆਈ ਬਖਸ਼ਦਾ ਹੈ। ਜਿਨ੍ਹਾਂ ਉੱਤੇ ਧੁਰ ਤੋਂ ਮਾਲਕ ਵਾਹਿਗੁਰੂ ਚੰਗੇ ਭਾਗ ਲਿਖ ਦੇ, ਜਿਹੜੇ ਜੁੜ ਜਾਣ। ਨਾਨਕ ਨਾਮ ਮਿਲੈ ਭਉ ਭੰਜਨ, ਗੁਰ ਸ਼ਬਦੀ ਸੁਖ ਪਾਵਨਿਆ। ਹੀ ਨਾਨਕ, ਉਹਨਾਂ ਨੂੰ ਮਾਲਕ ਵਾਹਿਗੁਰੂ ਦਾ ਉਹ ਨਾਮ ਜਿਹੜਾ ਸਾਰੇ ਡਰਾਂ ਨੂੰ ਮੁਕਾ ਦਿੰਦਾ। ਆਪਾਂ ਬਚਨ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦੇ ਡਰ ਮੁੱਕ ਜਾਂਦੇ ਹਨ। ਪਰ ਕਿਵੇਂ, ਜਦੋਂ ਗੁਰ ਸ਼ਬਦੀ ਸੁਖ ਪਾਵਨਿਆ, ਗੁਰੂ ਸ਼ਬਦ ਨਾਲ ਜੁੜੇਗਾ, ਮਾਲਕ ਦੇ ਗੁਣ ਗਾਏਗਾ, ਉਦੋਂ ਉਹਦੇ ਜੀਵਨ 'ਚ ਆਤਮਿਕ ਸੁਖ ਤੇ ਅਡੋਲਤਾ ਹੁੰਦੀ ਹੈ। ਧਿਆਨ ਦੇਣਾ ਜੀ, ਅਸੀਂ ਗੁਰੂ ਦੇ ਗੁਣ ਗਾਉਣੇ ਨੇ। ਪਾਵਨ ਬਾਣੀ ਅੰਦਰ ਬੇਅੰਤ ਤਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ, ਤੂੰ ਮਾਲਕ ਦੇ ਗੁਣ ਗਾ, ਤੂੰ ਮਾਲਕ ਵਾਹਿਗੁਰੂ ਦੀ ਉਸਤਤ ਕਰ। ਕਿ ਗੁਰੂ ਨੂੰ ਚਾਹ ਹੈ। ਧਿਆਨ ਦੇਣਾ, ਸੰਸਾਰਿਕ ਬੰਦਾ ਕਿਸੇ 10 ਬੰਦੇ 50 ਬੰਦਿਆਂ ਵਿੱਚ ਜਾਏ, ਅੰਦਰ ਉਹਦੇ ਅੰਦਰ ਭਾਵਨਾ ਹੈ ਮੇਰੇ ਨਾਮ ਦੇ ਜਕਾਰੇ ਲੱਗਣ, ਮੇਰੀ ਵਡਿਆਈ ਹੋਵੇ, ਮੇਰੀ ਸ਼ੋਭਾ ਹੋਵੇ। ਤੇ ਜੇ ਗੁਰੂ ਵੀ ਐਸਾ ਚਾਹੁੰਦਾ, ਨਹੀਂ ਪਿਆਰਿਓ, ਗੁਰੂ ਦੇ ਗੁਣ ਇਸ ਕਰਕੇ ਅਸੀਂ ਨਹੀਂ ਗਾਉਂਦੇ। ਗੁਰੂ ਦੇ ਅਸੀਂ ਗਾਈਏ ਤੇ ਨਾ ਗਾਈਏ, ਨਾ ਉਹ ਵੱਡਾ ਹੋ ਜਾਣਾ, ਨਾ ਉਹਨੇ ਕਿਸੇ ਦੇ ਕਿਹਾ ਛੋਟਾ ਹੋ ਜਾਣਾ। ਆਪਾਂ ਪੜ੍ਹਦੇ ਆ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ
घाट ना जाए। सारी कायनात भी रल के क्यों ना उहदे गुण गाई जाए। उस मालक अंदर वड्डा दाता तेल ना तमाए, ਉਹਦੇ अंदर कोई तमा ते लालच नहीं है भी कोई मेरे गुण गावे। इस करके ने गुण गावत तेरी उतरस मैल, बिनस जाए हों मैं बिख फैल। ਅਸੀਂ इस करके मालिक दे गुण गाउणे ने, ਇਹਦੇ ਨਾਲ ਸਾਡੇ ਅੰਦਰ ਦੀ ਹਉਮੈ ਮੁੱਕ ਜਾਏਗੀ, ਅੰਦਰ ਦੇ ਵਿਕਾਰ ਖਤਮ ਹੋ ਜਾਂਦੇ ਨੇ। ਮਾਲਿਕ ਦੇ ਗੁਣ ਗਾਉਣਾ ਸਾਡਾ ਆਪਣਾ ਸਵਾਰਥ ਹੈ, ਸਾਡਾ ਆਪਣਾ ਲਾਹਾ ਹੈ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ, ਸਤਿਗੁਰੂ ਨੇ ਰਹਿਮਤਾਂ ਕੀਤੀਆਂ ਹੀ ਸਮਝਾਇਆ, ਪਿਆਰਿਆ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ, ਆਕਾਰਾਂ ਤੋਂ ਬਚ ਕੇ ਰਹਿ। ਤੇ ਜਦੋਂ ਗੁਰੂ ਦੀ ਰਹਿਮਤ ਨਾਲ, ਪੂਰੇ ਗੁਰੂ ਨਾਲ ਜੁੜੇਗਾ, ਗੁਰੂ ਸ਼ਬਦ ਨਾਲ, ਫਿਰ ਤੇਰੇ ਜੀਵਨ 'ਚ ਆਤਮਿਕ ਆਨੰਦ ਆਏਗਾ। ਤੇ ਜੇ ਗੁਰੂ ਸ਼ਬਦ ਨਾਲ ਨਹੀਂ ਜੁੜਿਆ ਤੇ ਫਿਰ ਪਲ ਪਲ ਦਾ ਜੰਮਣ ਮਰਨਾ ਇਹ ਵੀ ਪਿਆ ਤੇ ਮਰਨ ਤੋਂ ਬਾਅਦ ਵੀ ਪਿਆ। ਗੁਰੂ ਰਹਿਮਤ ਕਰੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਤੇ ਆਪਾਂ ਪਹਿਰਾ ਦਈਏ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਬਾਣੀ ਨਾਲ ਜੁੜੀਏ, ਕਿਉਂਕਿ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਹੋਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਗੁਰਮਤਿ ਵਿਚਾਰਾ ਕਰ